ਨਾਮ ਜੋ ਹੈ ਆਰੀਆ ਦੇ ਨਾਲ ਅੱਲ ਪਈ ਹੋਈ ਸੀ ਇਹਨਾਂ ਦੀ। ਤੇ ਇਹ ਫਿਰ ਜੋ ਪਰਿਵਾਰ ਹੈ ਆਰੀਆ ਸਮਾਜੀ ਜ਼ਿਆਦਾ ਪ੍ਰਭਾਵ ਦੇ ਥੱਲੇ ਸੀ। ਤੇ ਬਾਕੀ ਬਾਅਦ ਦੇ ਵਿੱਚ ਭਗਤ ਸਿੰਘ ਜੀ ਦਾ ਜਦੋਂ ਉਹਨਾਂ ਨੇ ਸ਼ਹੀਦੀਆਂ ਪਾਈਆਂ, ਉਸ ਮੌਕੇ ਫਿਰ ਸਿੰਘ ਇਹਨਾਂ ਦੇ ਨਾਮ ਨਾਲ ਜ਼ਿਆਦਾ ਲੱਗਣ ਲੱਗ ਪਿਆ। ਜਾਂ ਉਸ ਦੌਰ ਦੇ ਵਿੱਚ ਸ਼ੁਰੂਆਤ ਵਿੱਚ ਨਹੀਂ, ਬਾਅਦ ਦੇ ਵਿੱਚ ਇਹ ਸਿੰਘਾਂ ਦੇ ਵਿੱਚ ਵੀ ਉਹਨਾਂ ਪਿਆਰ ਮੁਹੱਬਤ ਕਰਕੇ ਜਾਣੇ ਜਾਂਦੇ ਸਨ। ਤਾਂ ਹਰ ਇੱਕ ਪੰਜਾਬੀ ਜੋ ਸਿੱਖ ਹੈ ਉਹਦੇ ਨਾਮ ਨਾਲ ਸਿੰਘ ਜੋੜ ਹੀ ਦਿੰਦੇ ਹਨ। ਤਾਂ ਫਿਰ ਜੁੜ ਗਿਆ ਸਿੰਘ। ਭਗਤ ਸਿੰਘ ਨੂੰ ਜਦੋਂ 6 ਸਾਲ ਦੇ ਹੋਏ ਤਾਂ ਸਕੂਲ ਜਾਣ ਵਾਸਤੇ ਉਹਨਾਂ ਨੂੰ ਸਕੂਲ ਦੇ ਵਿੱਚ ਪੜ੍ਹਨੇ ਪਾਇਆ। ਤਾਂ ਉਹ ਸਕੂਲ ਜੋ ਸੀ ਨਾ, ਉਹ ਗੋਰਿਆਂ ਦੇ ਪ੍ਰਭਾਵ ਹੇਠ ਦਾ ਸਕੂਲ ਸੀ। ਤਾਂ ਦੂਸਰੇ ਦਿਨ ਹੀ ਭਗਤ ਸਿੰਘ ਨੇ ਉੱਥੋਂ ਜਾਣੋਂ ਨਾ ਕਰ ਦਿੱਤੀ। ਫਿਰ ਉਸ ਨੂੰ ਹਟਾ ਕੇ ਆਰੀਆ ਸਕੂਲ ਦੇ ਵਿੱਚ ਪਾਇਆ ਗਿਆ, ਜਿੱਥੇ ਕਿ ਉਸ ਨੂੰ ਬਹੁਤ ਚੰਗਾ ਲੱਗਾ ਤੇ ਉਹ ਪੜ੍ਹਾਈ ਕਰਨ ਲੱਗ ਪਿਆ। ਤੇ ਇਸੇ ਤਰ੍ਹਾਂ ਭਗਤ ਸਿੰਘ ਜੀ ਇੱਕ ਦਿਨ 6-7 ਸਾਲ ਦੇ ਸਨ, ਆਪਣੇ ਪਿਤਾ ਦੇ ਨਾਲ ਖੇਤਾਂ ਵਿੱਚ ਗਏ। ਤੇ ਖੇਤਾਂ ਵਿੱਚ ਪਿਤਾ ਜੀ ਹਲ ਚਲਾ ਰਹੇ ਸਨ, ਫਸਲ ਬੀਜ ਰਹੇ ਸਨ। ਤੇ ਭਗਤ ਸਿੰਘ ਵੀ ਇੱਕ ਪਾਸੇ ਜਿੱਦਾਂ ਕੁਝ ਬੀਜਦਾ ਹੈ, ਆਪਣੇ ਪਿਤਾ ਨੂੰ ਦੇਖ ਕੇ ਪਹਿਲਾਂ ਪੁੱਛਦਾ ਹੈ ਕਿ ਪਿਤਾ ਜੀ ਕੀ ਬੀਜਦੇ ਹੋ। ਤੇ ਉਹਨਾਂ ਨੇ ਦੱਸਿਆ ਕਿ ਇੱਦਾਂ ਫਸਲ ਬੀਜਦੇ ਹਾਂ, ਇੱਕ ਦਾਣਾ ਬੀਜਦੇ ਹਾਂ ਤਾਂ ਇਸ ਤੇ ਕਿੰਨੇ ਦਾਣੇ ਬਣ ਜਾਂਦੇ ਹਨ। ਛੋਟਾ ਬਾਲਕ ਇੱਕ ਪਾਸੇ ਉਹ ਵੀ ਉਸੇ ਤਰ੍ਹਾਂ ਹੀ ਬੀਜਣ ਲੱਗ ਪਿਆ ਜਿੱਦਾਂ ਬੀਜਦੇ ਹੁੰਦੇ ਹਨ। ਜਦੋਂ ਪਿਤਾ ਨੇ ਪੁੱਛਿਆ ਤਾਂ ਆਖਦਾ ਹੈ ਕਿ ਮੈਂ ਹਥਿਆਰ ਬੀਜ ਰਿਹਾ ਹਾਂ, ਪਿਸਤੌਲ ਬੀਜ ਰਿਹਾ ਹਾਂ, ਬੰਦੂਕਾਂ ਬੀਜ ਰਿਹਾ ਹਾਂ। ਕਿਉਂਕਿ ਅਸਰ ਇਹਨਾਂ ਤੇ ਇਨਕਲਾਬ ਦਾ ਪਹਿਲਾਂ ਹੀ ਸੀ। ਚਾਚਾ ਜੀ ਇਨਕਲਾਬ ਦੇ ਵਿੱਚ ਅਜੀਤ ਸਿੰਘ ਜੋ ਸਨ ਉਹ ਜੇਲ੍ਹ ਦੇ ਵਿੱਚ ਸਨ ਸੁਭਾਸ਼ ਚੰਦਰ ਬੋਸ ਜੀ ਦੇ ਨਾਲ। ਜਿਸ ਮੌਕੇ ਬਾਹਰੋਂ ਬਹੁਤ ਦਬਾਅ ਪਿਆ ਤਾਂ ਗੋਰਿਆਂ ਨੇ ਉਹਨਾਂ ਨੂੰ ਫਰੀ ਕਰ ਦਿੱਤਾ। ਜਿੱਦਣ ਉਹ ਘਰ ਮੁੜ ਕੇ ਆਏ ਸਨ, 2-3 ਦਿਨ ਪਹਿਲਾਂ ਭਗਤ ਸਿੰਘ ਦਾ ਜਨਮ ਹੋਇਆ ਸੀ। ਤਾਂ ਉਹ ਕਹਿਣ ਲੱਗ ਪਏ ਬੱਚਾ ਬੜਾ ਭਾਗਾਂ ਵਾਲਾ ਹੈ, ਕੋਈ ਭਗਤ ਹੈ। ਭਗਤ ਸਿੰਘ ਦਾ ਨਾਮ ਤਾਂ ਭਗਤ ਰੱਖਿਆ ਗਿਆ ਸੀ। ਤੇ ਦੂਸਰਾ ਚਾਚਾ ਸਵਰਨ ਸਿੰਘ ਜੋ ਸੀ ਇਨਕਲਾਬੀ, ਜੇਲ੍ਹ ਦੇ ਵਿੱਚ ਉਸ ਨੂੰ ਲੈ ਗਏ ਸਨ। ਤਸ਼ੱਦਦ ਇੰਨਾ ਜ਼ਿਆਦਾ ਕੀਤਾ ਗਿਆ ਕਿ ਉਹ ਜੇਲ੍ਹ ਦੇ ਵਿੱਚ ਉਹ ਇਨਕਲਾਬੀ ਲੜਾਈ ਲੜਦੇ ਹੋਏ ਸ਼ਹੀਦ ਹੋ ਗਏ ਸਨ। ਤੇ ਇਸੇ ਤਰ੍ਹਾਂ ਉਹ ਸ਼ਹੀਦੀ ਦੀਆਂ ਗੱਲਾਂ ਬਾਤਾਂ, ਉਹ ਇਨਕਲਾਬ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਖੂਨ ਦੇ ਵਿੱਚ ਸਨ, ਸਕੂਲ ਦੇ ਵਿੱਚ ਵੀ ਸੁਣਦੇ ਸਨ। ਤੇ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਮੈਂ ਪਿਸਤੌਲ ਬੀਜ ਰਿਹਾ ਹਾਂ, ਬੰਦੂਕਾਂ ਬੀਜ ਰਿਹਾ ਹਾਂ। ਇਹ ਫਿਰ ਬਹੁਤ ਜ਼ਿਆਦਾ ਕਰਕੇ ਉੱਗਣਗੀਆਂ ਤਾਂ ਫਿਰ ਉਹਨਾਂ ਦੇ ਨਾਲ ਅਸੀਂ ਗੋਰਿਆਂ ਦੇ ਵਿਰੁੱਧ ਲੜ ਕੇ ਅਸੀਂ ਦੇਸ਼ ਨੂੰ ਆਜ਼ਾਦ ਕਰਾਵਾਂਗੇ। ਪਿਤਾ ਜੀ ਬੜਾ ਹੀ ਖੁਸ਼ ਹੋਇਆ ਕਿ ਮੇਰਾ ਹੋਣਹਾਰ ਜੋ ਸਪੁੱਤਰ ਹੈ ਉਹ ਦੇਸ਼ ਲਈ, ਕੌਮ ਲਈ ਇਹ ਇਨਕਲਾਬ ਲਿਆਉਣ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਅੱਗੇ ਇਹ ਸੇਵਾ ਕਰੇਗਾ। ਤੇ ਸਕੂਲ ਦੇ ਵਿੱਚ ਪੜ੍ਹਦੇ ਉੱਥੋਂ ਸਕੂਲ ਦੇ ਵਿੱਚ ਅਜਿਹੀਆਂ ਕਹਾਣੀਆਂ ਸੁਣਨੀਆਂ ਤਾਂ ਭਗਤ ਸਿੰਘ ਦਿਨੋਂ ਦਿਨ ਇਹ ਰੰਗਤ ਜੀ ਲੱਗਦੀ ਗਈ ਕਿ ਛੋਟੇ ਬੱਚੇ ਹੀ ਕਈ ਵਾਰੀ ਜਿਹੜੇ ਭਾਗਾਂ ਵਾਲੇ ਹੁੰਦੇ ਹਨ ਉਹਨਾਂ ਨੂੰ ਮੁੱਢ ਤੋਂ ਹੀ ਦੇਸ਼ ਲਈ, ਧਰਮ ਲਈ ਪਿਆਰ ਇੱਦਾਂ ਹੋ ਜਾਂਦਾ ਹੈ ਕਿ ਉਹਨਾਂ ਦੀਆਂ ਤੁਸੀਂ ਗੱਲਾਂ ਸੁਣ ਕੇ ਹੈਰਾਨ ਹੋ ਜਾਂਦੇ ਹੋਵੋਗੇ। ਸੋ ਭਗਤ ਸਿੰਘ ਇੱਕ ਦਿਨ ਸੁਣਦਾ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਗੋਰਿਆਂ ਨੇ
ਬੰਦੂਕਾਂ ਚਲਾ ਕੇ ਉੱਥੇ ਹਜ਼ਾਰਾਂ ਹੀ ਆਦਮੀ ਸ਼ਹੀਦ ਕਰ ਦਿੱਤੇ ਹਨ। ਬੜਾ ਹੀ ਦੁੱਖ ਹੋਇਆ, ਬਹੁਤ ਦੁੱਖ ਹੋਇਆ ਉਹਨਾਂ ਨੂੰ। ਮਾਂ-ਬਾਪ ਨੂੰ ਦੱਸੇ ਬਗੈਰ ਆਪਣੇ ਪਿੰਡੋਂ ਆਪਣੇ ਕੁਝ ਇਨਕਲਾਬੀ ਸਾਥੀਆਂ ਦੇ ਨਾਲ, ਉਦੋਂ 12 ਸਾਲ ਦੀ ਉਮਰ ਸੀ ਉਹਨਾਂ ਦੀ, ਇਨਕਲਾਬੀ ਸਾਥੀਆਂ ਦੇ ਨਾਲ 20 ਮੀਲ ਜੋ ਹੈ ਤਕਰੀਬਨ 30 ਕਿਲੋਮੀਟਰ ਤੋਂ ਉੱਪਰ ਬਣਦਾ ਹੈ, ਉਹ ਚੱਲ ਕੇ ਪੈਦਲ ਉੱਥੇ ਚਲੇ ਗਏ ਜੀ ਜਲਿਆਂਵਾਲੇ ਬਾਗ। ਜਲਿਆਂਵਾਲੇ ਬਾਗ ਦੇ ਵਿੱਚ ਉਸ ਮੌਕੇ ਚਾਹੇ ਕੁਝ ਦਿਨ ਬੀਤ ਗਏ ਸਨ, ਉੱਥੇ 1000 ਆਦਮੀ ਮਰਿਆ ਸੀ, ਕੁਝ ਗੋਲੀਆਂ ਦੇ ਨਾਲ, ਤੇ ਕੁਝ ਉੱਥੇ ਇੱਕ ਖੂਹ ਹੈ ਅੱਜ ਵੀ ਮੌਜੂਦ ਹੈ, ਖੂਹ ਦੇ ਵਿੱਚ ਛਾਲਾਂ ਮਾਰ ਕੇ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਬੀਬੀਆਂ, ਬੱਚੇ। ਤੇ ਉਸ ਮੌਕੇ, ਜਿਸ ਮੌਕੇ ਭਗਤ ਸਿੰਘ ਜੀ ਗਏ ਹਨ, ਉਸ ਮੌਕੇ ਵੀ ਉੱਥੇ ਲਾਸ਼ਾਂ ਦੇ ਨਿਸ਼ਾਨ, ਖੂਨ ਦੀਆਂ ਛਪੜੀਆਂ ਵਿਖਾਈ ਦਿੰਦੀਆਂ ਸਨ। ਮਾਸ ਦੇ ਚੀਥੜੇ ਦਰਖਤਾਂ ਉੱਤੇ ਅਤੇ ਥੈਂ-ਥੈਂ ਤੇ ਪਏ ਹੋਏ ਸਨ। ਲਾਸ਼ਾਂ ਚਾਹੇ ਕੁਝ ਦਿਨਾਂ ਵਿੱਚ ਚੁੱਕ ਲਈਆਂ, ਸਾੜ ਦਿੱਤੀਆਂ ਜਾਂ ਕੁਝ ਵੀ ਹੋ ਗਿਆ। ਖੂਨ ਦੀਆਂ ਟੋਬੜੀਆਂ ਲੱਗੀਆਂ ਹੋਈਆਂ ਸਨ, ਸੁੱਕੇ ਹੋਏ ਖੂਨ, ਕਿਤੇ ਗਿੱਲਾ। ਕੁੱਤੇ ਲਾਸ਼ਾਂ ਦੇ ਵਿੱਚੋਂ ਜਿੱਦਾਂ ਖਿੱਚ ਕੇ ਖਾ ਰਹੇ ਸਨ, ਗਿਲਜਾਂ ਬੈਠੀਆਂ ਸਨ, ਇੱਦਾਂ ਉੱਥੇ ਬੂਟੀਆਂ ਜੋ ਪਈਆਂ ਸਨ, ਕੁੱਤੇ ਖਾ ਰਹੇ ਸਨ। ਉਹ ਦ੍ਰਿਸ਼ ਜੋ ਭਗਤ ਸਿੰਘ ਹੁਣਾਂ ਕੋਲੋਂ ਦੇਖਿਆ ਨਾ ਗਿਆ, ਉੱਥੇ ਬੈਠ ਕੇ ਤਾਹਾਂ ਮਾਰ ਕੇ ਰੋਣ ਲੱਗ ਪਿਆ ਭਗਤ ਸਿੰਘ। ਮੇਰਾ ਰੱਬਾ, ਕੀ ਕਹਿਰ ਕਮਾਇਆ ਹੈ। 12 ਸਾਲ ਦੀ ਉਮਰ, ਇੰਨਾ ਦੁੱਖ ਇੰਨਾ ਹੋਇਆ ਕਿ ਉਥੋਂ ਖੂਨ ਦੀ ਭਿੱਜੀ ਹੋਈ ਮਿੱਟੀ ਇੱਕ ਬੋਤਲ ਵਿੱਚ ਭਰ ਕੇ ਘਰ ਲੈ ਆਏ। ਬੜਾ ਲੇਟ ਹੋ ਗਿਆ ਘਰ ਆਉਂਦੇ, ਇੰਨਾ ਸਫ਼ਰ ਕਰਨਾ ਕੋਈ ਸੌਖੀ ਗੱਲ ਨਹੀਂ। ਮਾਤਾ ਨੇ ਜਦੋਂ ਪੁੱਛਿਆ ਕਿ ਪੁੱਤਰ ਕਿੱਥੇ ਗਏ ਸੀ, ਸਾਨੂੰ ਤਾਂ ਚਿੰਤਾ ਸੀ। ਮਾਤਾ ਨੇ ਗੁੱਸਾ ਵੀ ਦਿਖਾਇਆ। ਪਹਿਲਾਂ ਤਾਂ ਉਸਨੇ ਛੁਪਾਇਆ, ਪਰ ਫਿਰ ਭਗਤ ਸਿੰਘ ਨੇ ਜਦੋਂ ਦੱਸ ਦਿੱਤਾ ਨਾ, ਉਹ ਖੂਨ ਨਾਲ ਭਿੱਜੀ ਹੋਈ ਮਿੱਟੀ ਬੋਤਲ ਵਿੱਚ ਭਰੀ ਹੋਈ ਮਾਤਾ ਨੂੰ ਦਿਖਾਈ, ਤੇ ਮਾਤਾ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। ਪਿਤਾ ਕਿਸ਼ਨ ਸਿੰਘ ਜੀ ਨੇ ਵੀ ਪਿਆਰ ਜਤਾਇਆ। ਅੱਜ ਵਾਂਗੂ ਨਹੀਂ ਹੈ ਕਿ ਅੱਜ ਦੇ ਮਾਂ-ਬਾਪ ਡਰਦੇ ਹਨ ਕਿ ਬੱਚਿਆਂ ਨੂੰ ਇਨਕਲਾਬ ਦੇ ਰਸਤੇ ਨਾ ਪੈਣ। ਉਸ ਮੌਕੇ ਜਿਸ ਦਾ ਬੱਚਾ ਇਨਕਲਾਬ ਦੇ ਰਸਤੇ ਪੈਂਦਾ ਸੀ, ਉਹ ਮਾਂ-ਬਾਪ ਬਹੁਤ ਭਾਗਾਂ ਵਾਲੇ ਆਪਣੇ ਆਪ ਨੂੰ ਕਹਿੰਦੇ ਸਨ। ਉਹਨਾਂ ਨੇ ਦੇਖ ਲਿਆ ਕਿ ਇਹ ਬੱਚਾ ਜੋ ਹੈ, ਇਹ ਇਨਕਲਾਬ ਲਈ ਅਜਿਹਾ ਕੰਮ ਕੋਈ ਕਰੇਗਾ ਕਿ ਸਾਡੇ ਕੁਲ ਦੀ ਜਿਹੜੀ ਜੋ ਰੋਸ਼ਨੀ ਹੈ, ਉਸ ਤੋਂ ਰਸਤਾ ਦੇਖ ਕੇ ਦੁਨੀਆ ਯਾਦ ਕਰੇਗੀ। ਇਸੇ ਤਰ੍ਹਾਂ ਸਮਾਂ ਜੋ ਲੰਘਦਾ ਗਿਆ, ਤੇ ਗਾਂਧੀ ਜੀ ਉਸ ਟਾਈਮ ਤੇ ਜੋ ਆਮ ਕਰਕੇ ਜੋ ਅੱਜ ਤਾਂ 12 ਸਾਲਾਂ ਦਾ ਬੱਚਾ, ਕਈ ਵਾਰੀ ਲੱਗਦਾ ਇੱਦਾਂ ਹੈ ਕਿ ਇਹ ਪਹਿਲੀ ਜਾਂ ਚੌਥੀ ਕਲਾਸ ਦਾ ਵਿਦਿਆਰਥੀ ਹੈ। ਉਸ ਮੌਕੇ 12 ਸਾਲਾਂ ਦਾ ਬੱਚਾ ਹੀ ਤਕਰੀਬਨ ਜਵਾਨ ਹੋ ਜਾਂਦਾ ਸੀ। ਤੇ ਭਗਤ ਸਿੰਘ ਦਾ ਸਕੂਲ ਦੇ ਵਿੱਚ ਤੇ ਘਰੋਂ ਜੋ ਮਾਹੌਲ ਸੀ, ਨਿਡਰ, ਬਹਾਦਰ, ਚੁਸਤ, ਬੜਾ ਵਧੀਆ ਖਿਲਾੜੀ, ਮੁਸ਼ਫੁੱਟ ਜਵਾਨ ਬਣਨਾ ਸ਼ੁਰੂ ਹੋ ਗਿਆ ਸੀ। ਤੇ ਗਾਂਧੀ ਜੀ ਨੇ ਇੱਕ ਅੰਦੋਲਨ ਚਲਾਇਆ ਸੀ, ਸਹਿਯੋਗ ਅੰਦੋਲਨ ਉਹਦਾ ਨਾਂ ਸੀ। ਸਹਿਯੋਗ ਅੰਦੋਲਨ ਦੇ ਵਿੱਚ ਸੀਗਾ ਕਿ ਸਾਰੇ ਜੋ ਵੀਰ ਹਨ, ਸਾਰੇ ਜੋ ਲੋਕ ਹਨ, ਉਹ ਇੱਕ ਸੰਗਠਨ ਦੇ ਥੱਲੇ ਇਕੱਠੇ ਹੋਣ ਅਤੇ
ਉਹ ਇਕੱਠੇ ਹੋ ਕੇ ਅੰਗਰੇਜ਼ਾਂ ਦਾ ਸਮਾਨ ਖਰੀਦਣਾ ਛੱਡ ਦੇਣ, ਅੰਗਰੇਜ਼ਾਂ ਦੀਆਂ ਨੌਕਰੀਆਂ ਛੱਡ ਦੇਣ, ਅੰਗਰੇਜ਼ਾਂ ਨਾਲ ਸਹਿਯੋਗ ਨਾ ਦੇਣ, ਗਾਂਧੀ ਜੀ ਕਹਿੰਦੇ ਸੀ। ਤੇ ਅੰਗਰੇਜ਼ ਆਪਣੇ ਆਪ ਹੀ ਜਦੋਂ ਉਹਨਾਂ ਦਾ ਕੰਮ ਫੇਲ ਹੋ ਗਿਆ ਭੱਜ ਜਾਣਗੇ। ਤੇ ਅਜਿਹਾ ਹੀ ਇੱਕ ਅੰਦੋਲਨ ਜਦੋਂ ਸ਼ੁਰੂ ਹੋਇਆ ਤਾਂ ਭਗਤ ਸਿੰਘ ਹੁਣੀ ਵੀ ਇੱਕ ਵਾਰ ਇੱਕ ਅੰਦੋਲਨ ਦੇ ਵਿੱਚ, ਜਿੱਥੇ ਅੰਗਰੇਜ਼ਾਂ ਦਾ ਸਮਾਨ ਬਹੁਤ ਵਿਕਦਾ ਸੀ, ਉੱਥੇ ਗਏ। ਉੱਥੇ ਜਦੋਂ ਇਹਨਾਂ ਨੇ ਅੰਦੋਲਨ ਕੀਤਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਅੰਦੋਲਨ ਨੂੰ ਦਬਾਉਣ ਦੇ ਵਾਸਤੇ ਲਾਠੀਚਾਰਜ ਕੀਤਾ। ਅੰਦੋਲਨ ਜਦੋਂ ਨਾ ਦੱਬਿਆ ਨਾ ਤਾਂ ਅੰਗਰੇਜ਼ਾਂ ਨੇ ਗੋਲੀ ਚਲਾਤੀ, 7 ਆਦਮੀ ਮਾਰੇ ਗਏ ਉੱਥੇ, ਇਨਕਲਾਬੀ ਜੋ ਸਨ। ਬਾਕੀ ਇਨਕਲਾਬੀ ਵੀ ਮੂਹਰੇ ਪੰਜਾਬੀ ਸਨ। ਉਹਨਾਂ ਨੇ ਫਿਰ ਐਸਾ ਜੋਸ਼ ਦਿਖਾਇਆ ਕਿ ਉਹਨਾਂ ਨੇ ਥਾਣੇ ਨੂੰ ਅੱਗ ਲਾ ਦਿੱਤੀ, ਜਿਹਦੇ ਵਿੱਚ 7-8 ਸਿਪਾਹੀ ਮਰ ਗਏ ਤੇ ਥਾਣਾ ਜਲਾ ਦਿੱਤਾ ਤੇ ਬਹੁਤ ਨੁਕਸਾਨ ਕੀਤਾ। ਉਹਨਾਂ ਨੂੰ, ਅੰਗਰੇਜ਼ਾਂ ਨੂੰ ਇਹ ਨਹੀਂ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਕਿ ਇਹ ਇੰਨਾ ਮੂਹਰੇ ਅੜ ਸਕਦੇ ਆ। ਉੱਥੇ ਅੰਗਰੇਜ਼ਾਂ ਦੇ ਦਿਮਾਗ ਦੇ ਵਿੱਚ ਆ ਗਈ ਕਿ ਇਹ ਲੋਕ ਜੋ ਹਨ, ਹੁਣ ਸਾਨੂੰ ਆਪਣਾ ਤਰੀਕਾ ਬਦਲਣਾ ਪਏਗਾ। ਤੇ ਇਹ ਲੜਾਈ ਜਦੋਂ ਹੋਈ, ਮੌਤਾਂ ਹੋਈਆਂ ਦੋਨਾਂ ਪਾਸਿਆਂ ਤੋਂ। ਤੇ ਬਾਪੂ ਗਾਂਧੀ ਜੀ ਕਹਿੰਦੇ, ਮਾਫ ਕਰਨਾ ਕਿ ਇਸ ਗੱਲ ਨੂੰ ਮਾਈਂਡ ਨਾ ਕਰਨਾ, ਮੈਂ ਬਾਪੂ ਗਾਂਧੀ ਕਿਹਾ ਹੈ, ਇਹਦਾ ਵੀ ਕੋਈ ਮਤਲਬ ਹੈ ਕਿ ਉਹ ਕਹਿੰਦਾ ਕਿ ਅਸੀਂ ਜੋ ਇਸੇ ਤਰ੍ਹਾਂ ਦਾ ਅੰਦੋਲਨ ਨਹੀਂ ਕਰ ਸਕਦੇ, ਇਹ ਹਿੰਸਾ ਹੈ। ਅਸੀਂ ਸ਼ਾਂਤੀ ਵਾਲਾ ਅੰਦੋਲਨ ਕਰਨਾ ਹੈ ਕਿ ਜੇ ਤੁਹਾਡੇ ਕੋਈ ਇੱਕ ਪਾਸੇ ਚਪੇੜ ਮਾਰਦਾ ਹੈ ਨਾ, ਉਹਦੇ ਅੱਗੇ ਦੂਸਰਾ ਪਾਸਾ ਕਰ ਦਿਓ। ਬੰਦਾ ਸ਼ਰਮ ਨਾਲ ਆਪਣੇ ਆਪ ਹੀ ਤੁਹਾਨੂੰ ਨਾ ਮਾਰੂਗਾ। ਅੰਗਰੇਜ਼ ਵੀ ਤੁਹਾਨੂੰ ਇੱਕ ਵਾਰੀ ਮਾਰਦੇ ਹਨ ਚਪੇੜ, ਦੂਜਾ ਪਾਸਾ ਮੂਹਰੇ ਕਰ ਦਿਓ। ਪਰ ਭਗਤ ਸਿੰਘ ਹੁਣਾਂ ਦਾ ਜਿਹੜਾ ਸੰਗਠਨ ਮਹਾਤਮਾ ਗਾਂਧੀ ਦੇ ਨਾਲ ਕੰਮ ਕਰਦਾ ਸੀ, ਉਹ ਇਸ ਗੱਲ ਨਾਲ ਸਹਿਮਤ ਨਾ ਹੋਇਆ। ਗਾਂਧੀ ਨੇ ਆਪਣਾ ਅੰਦੋਲਨ ਬਦਲ ਦਿੱਤਾ। ਕਹਿੰਦਾ ਪਿਆਰ ਨਾਲ ਚਪੇੜਾਂ ਖਾ ਕੇ ਅੰਦੋਲਨ ਕਰੋ, ਆਪਣੇ ਆਪ ਸ਼ਰਮ ਦੇ ਮਾਰੇ ਗੋਰੇ ਛੱਡ ਕੇ ਚਲੇ ਜਾਣਗੇ। ਭਗਤ ਸਿੰਘ ਹੁਣੀ ਕਹਿੰਦੇ ਵੀ ਨਹੀਂ, ਜੇ ਤੁਹਾਡੇ ਕੋਈ ਇੱਟ ਮਾਰੇਗਾ ਤਾਂ ਤੁਸੀਂ ਪੱਥਰ ਮਾਰੋ, ਇੱਟ ਦਾ ਜਵਾਬ ਪੱਥਰ ਦਿਓ। ਤੇ ਇਸੇ ਤਰ੍ਹਾਂ ਉਹਨਾਂ ਦਾ ਸੰਗਠਨ ਜੋ ਹੈ ਉਹ ਅੱਗੇ ਵੱਧਦਾ ਗਿਆ। ਤੇ ਇਹਨਾਂ ਨੇ ਇੱਕ ਨਾਰਾ ਬਣਾ ਲਿਆ, ਸਾਈਮਨ ਗੋ ਬੈਕ। ਅੰਗਰੇਜ਼ਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ। ਸੰਗਠਨ ਦੇ ਵਿੱਚ ਨੌਜਵਾਨ ਲੋਕ ਜੋ ਸਨ ਬੜੇ ਭਰਤੀ ਹੋਣ ਲੱਗ ਪਏ। ਇੱਧਰ ਭਗਤ ਸਿੰਘ ਵੀ ਉਮਰ ਦੀਆਂ ਸੀੜੀਆਂ ਚੜ੍ਹਦਾ ਹੋਇਆ ਅੱਗੇ ਵੱਧ ਰਿਹਾ ਸੀ। ਇੱਕ ਵਾਰ ਲਾਹੌਰ ਦੇ ਵਿੱਚ ਇਹ ਸਟੇਸ਼ਨ ਤੇ ਕੁਝ ਗੋਰੇ ਆਉਣੇ ਸਨ, ਜਿਹੜੇ ਕਿ ਅਫਸਰ ਸਨ। ਇਹ ਉੱਥੇ ਇਕੱਠੇ ਹੋ ਗਏ ਕਿ ਜਦੋਂ ਉਹ ਉਤਰਨਗੇ ਟ੍ਰੇਨ ਚੋਂ, ਅਸੀਂ ਕਹਾਂਗੇ ਸਾਈਮਨ ਗੋ ਬੈਕ। ਇਹ ਹੋਇਆ। ਉੱਥੇ ਜਦੋਂ ਜਿਹੜੇ ਗੋਰਿਆਂ ਦੀ ਬਹੁਤ ਪੁਲਿਸ ਖੜੀ ਹੋਈ ਸੀ, ਉਹਨਾਂ ਨੇ ਇਹਨਾਂ ਇਨਕਲਾਬੀਆਂ ਨੂੰ ਖਡੇਰਨ ਵਾਸਤੇ ਆਪਣੀ ਬਹੁਤ ਵੱਡੀ ਗਾਰਦ ਦੇ ਨਾਲ ਇਹਨਾਂ ਤੇ ਹਮਲਾ ਕਰ ਦਿੱਤਾ। ਹਮਲਾ ਇੱਕ ਦੂਜੇ ਤੇ ਹੋਇਆ। ਕਿੱਥੇ ਨਿਹੱਥੇ ਲੋਕ ਸਨ, ਕਿੱਥੇ ਉਹ ਫੌਜ, ਉਹਨਾਂ ਦੀ ਪੁਲਿਸ ਜਿਹੜੀ ਸੀ ਹਥਿਆਰਬੰਦ ਸੀ। ਉਹਨਾਂ ਦੇ ਵਿੱਚ, ਉਹਨਾਂ ਦੀ ਨਜ਼ਰ ਦੇ ਵਿੱਚ ਜੋ ਲਾਲਾ ਲਾਜਪਤ ਰਾਏ ਬਹੁਤ ਹੀ ਪੜ੍ਹੇ ਲਿਖੇ ਤੇ ਵਕੀਲ ਵੀ ਸਨ, ਜਿਨ੍ਹਾਂ ਨੂੰ ਉਸ ਮੌਕੇ ਦੇ ਇਨਕਲਾਬੀ ਰਾਹ ਪੁੱਛ ਕੇ ਚੱਲਦੇ ਸਨ। ਉਹਨਾਂ ਨੂੰ ਪਤਾ ਸੀ ਉਹਦੇ ਬਾਰੇ।
ਉਹ ਵੀ ਉੱਥੇ ਹਾਜ਼ਰ ਸਨ। ਗੋਰਿਆਂ ਨੇ ਇਸ਼ਾਰਾ ਕੀਤਾ, ਜਿਹੜੇ ਜਾਣਦੇ ਸਨ ਕਿ ਇਹ ਮੁਖੀ ਹੈ, ਇਹਦਾ ਕੰਡਾ ਕੱਢੋ। ਉਹ ਅਫਸਰ ਨੇ ਇਸ਼ਾਰਾ ਕਰ ਦਿੱਤਾ ਤੇ ਕੁਝ ਜਿਹੜੇ ਸਿਪਾਹੀ ਸਨ ਲਾਲਾ ਲਾਜਪਤ ਰਾਏ ਤੇ ਆ ਕੇ ਹਮਲਾ ਕਰ ਦਿੱਤਾ। ਇਨਕਲਾਬੀਆਂ ਦੀ ਜਾਨ ਸਨ। ਉਹਨਾਂ ਨੇ ਉੱਤੇ ਢਾਲ ਬਣ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਹਥਿਆਰਬੰਦ ਸਿਪਾਹੀਆਂ ਨੇ ਲਾਲਾ ਲਾਜਪਤ ਦੇ ਸਿਰ ਦੇ ਵਿੱਚ ਲਾਠੀਆਂ ਮਾਰੀਆਂ, ਡੰਡੇ ਮਾਰੇ, ਉਹ ਡਿੱਗ ਪਏ ਅਤੇ ਉਹਨੂੰ ਬਚਾਉਣ ਵਾਲਿਆਂ ਦੇ ਵਿੱਚ ਭਗਤ ਸਿੰਘ ਵੀ ਕਾਫੀ ਡਾਂਗਾਂ ਉਹਦੇ ਲੱਗੀਆਂ ਸਨ। ਉਹਦੀ ਝੋਲੀ ਦੇ ਵਿੱਚ ਜ਼ਮੀਨ ਤੇ ਡਿੱਗੇ ਦਾ ਲਾਲਾ ਲਾਜਪਤ ਰਾਏ ਦਾ ਸਿਰ ਸੀ। ਉਸਨੇ ਲਾਲਾ ਲਾਜਪਤ ਰਾਏ ਨੇ ਕਿਹਾ, ਪੁੱਤਰੋ, ਮੈਂ ਜਾ ਰਿਹਾ ਹਾਂ, ਮੇਰੇ ਲਹੂ ਦੀ ਇੱਕ ਇੱਕ ਬੂੰਦ ਜੋ ਹੈ, ਇਸ ਨੂੰ ਤੁਸੀਂ ਮਿਸਾਲ ਬਣਾ ਦੇਣਾ। ਮੈਂ ਆਜ਼ਾਦੀ ਨਹੀਂ ਦੇਖ ਸਕਿਆ, ਪਰ ਤੁਸਾਂ ਨੇ ਆਜ਼ਾਦੀ ਨੂੰ ਇਹ ਮਿਸਾਲ ਬਣ ਕੇ ਅੱਗੇ ਇਨਕਲਾਬ ਦਾ ਰਸਤਾ ਦਿਖਾਉਂਦੇ ਜਾਣਾ ਹੈ ਲੋਕਾਂ ਨੂੰ। ਅਜਿਹੀਆਂ ਬਹੁਤ ਹੀ ਵਧੀਆ ਗੱਲਾਂ ਕਹਿੰਦਾ ਹੋਇਆ ਲਾਲਾ ਲਾਜਪਤ ਰਾਏ ਉੱਥੇ ਸ਼ਹੀਦ ਹੋ ਗਿਆ। ਭਗਤ ਸਿੰਘ ਉਸ ਨੂੰ ਆਪਣਾ ਆਜ਼ਾਦੀ ਦਾ ਪਿਤਾਮਾ ਮੰਨਦਾ ਸੀ ਤੇ ਭਗਤ ਸਿੰਘ ਨੇ ਕਸਮ ਖਾ ਲਈ ਕਿ ਲਾਲਾ ਲਾਜਪਤ ਜੀ, ਇਸ ਗੋਰੇ ਤੋਂ ਮੈਂ ਤੁਹਾਡਾ ਬਦਲਾ ਜੋ ਲਵਾਂਗਾ, ਮਰਨ ਤੋਂ ਪਹਿਲਾਂ ਮੈਂ ਇਹਨੂੰ ਸਬਕ ਸਿਖਾਵਾਂਗਾ, ਮੈਂ ਇਹਨੂੰ ਛੱਡਾਂਗਾ ਨਹੀਂ। ਤੇ ਭਗਤ ਸਿੰਘ ਹੋਣਾ ਨੇ ਫਿਰ ਅਗਲਾ ਜੋ ਹੈ ਕਦਮ ਆਪਣੇ ਨੌਜਵਾਨਾਂ ਨੂੰ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਅਤੇ ਹੁਣ ਹਥਿਆਰਾਂ ਦੀ ਲੋੜ ਵੀ ਸੀ। ਖਾਲੀ ਹੱਥੀ ਲੜਾਈ ਹਥਿਆਰਾਂ ਵਾਲਿਆਂ ਨਾਲ ਲੜੀ ਤਾਂ ਜਾ ਸਕਦੀ ਹੈ, ਪਰ ਜਿੱਤੀ ਨਹੀਂ ਜਾ ਸਕਦੀ। ਇਹਨਾਂ ਨੇ ਫਿਰ ਸਕੀਮ ਬਣਾ ਕੇ ਇੱਕ ਟ੍ਰੇਨ ਲੁੱਟੀ, ਜਿਹਦੇ ਵਿੱਚ ਗੋਰਿਆਂ ਦਾ ਖਜ਼ਾਨਾ ਜਾ ਰਿਹਾ ਸੀ। ਉਹ ਖਜ਼ਾਨਾ ਲੁੱਟ ਕੇ ਇਹਨਾਂ ਨੇ ਕੁਝ ਨਾ ਕੁਝ ਹਥਿਆਰ ਖਰੀਦੇ, ਪਰ ਇਹ ਵੱਡੀ ਗੱਲ ਸੀ ਕਿ ਖਜ਼ਾਨਾ ਲੁੱਟਣਾ ਗੋਰਿਆਂ ਦੇ ਰਾਜ ਦੇ ਵਿੱਚ। ਉੱਥੇ ਜੀ ਉਹਨਾਂ ਨੇ ਆਪਣੀ CID ਲਾ ਕੇ ਬੰਦੇ ਫੜ ਲਏ, ਜਿਨ੍ਹਾਂ ਦੇ ਵਿੱਚੋਂ 4 ਬੰਦਿਆਂ ਨੂੰ ਫਾਂਸੀ ਅਤੇ 16 ਬੰਦਿਆਂ ਨੂੰ ਉਮਰ ਕੈਦ ਕਰ ਦਿੱਤੀ। ਭਗਤ ਸਿੰਘ ਜਿੱਦਾਂ ਜ਼ਖਮੀ ਸ਼ੇਰ ਹੋਰ ਖਤਰਨਾਕ ਹੋ ਜਾਂਦਾ ਹੈ। ਭਗਤ ਸਿੰਘ ਹੁਣਾਂ ਨੇ ਆਪਣੇ ਸਾਥੀਆਂ ਨਾਲ ਰਲ ਕੇ ਜਿਸ ਗੋਰੇ ਦੇ ਹੁਕਮ ਨਾਲ ਲਾਲਾ ਲਾਜਪਤ ਰਾਏ ਤੇ ਹਮਲਾ ਹੋਇਆ ਸੀ, ਮੈਂ ਹੁਣ ਨਾਮ ਨਹੀਂ ਦੱਸਦਾ, ਸਾਰਿਆਂ ਦੇ ਨਾਮ ਲੈਣ ਦੇ ਵਿੱਚ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈ। ਉਸ ਗੋਰੇ ਨੂੰ ਮਾਰਨ ਦਾ ਜੋ ਪਲੈਨਕ ਬਣਾ ਲਿਆ, ਆਪਣੇ ਨਾਲ ਸਾਥੀ ਲੈ ਲੈ, ਰਾਜਗੁਰੂ, ਚੰਦਰ ਸ਼ੇਖਰ ਨਾਲ ਲੈ ਕੇ, ਤਿੰਨਾਂ ਦੇ ਕੋਲ ਪਿਸਤੌਲ ਸਨ। ਇਹ ਦਇਆਨੰਦ ਕਾਲਜ ਦੇ ਨੇੜੇ ਤੇੜੇ ਇੱਕ ਚੌਂਕੀ ਸੀ, ਜਿੱਥੇ ਉਹ ਗੋਰਾ ਅਫਸਰ ਸੀ, ਉਹ ਆਉਂਦਾ ਜਾਂਦਾ ਸੀ। ਚੰਦਰ ਸ਼ੇਖਰ ਚੌਂਕੀ ਦੇ ਦਰਵਾਜ਼ੇ ਦੇ ਨੇੜੇ ਤੇੜੇ ਦਰਖਤਾਂ ਦੇ ਵਿੱਚ ਛੁਪ ਗਿਆ ਤੇ ਭਗਤ ਸਿੰਘ ਤੇ ਰਾਜਗੁਰੂ ਥੋੜਾ ਜਿਹਾ ਪਿੱਛੇ ਝਾੜੀਆਂ ਵਿੱਚ ਲੁਕ ਗਏ। ਕੋਈ 4 ਵਜੇ ਦੇ ਨੇੜੇ ਉਹ ਅਫਸਰ ਜੋ ਸੀ ਉਹ ਤਾਂ ਨਾ ਆਇਆ, ਉਹਦੇ ਨਾਲ ਦਾ ਦੂਸਰਾ ਅਫਸਰ ਜਿਹੜਾ ਉਸ ਮੌਕੇ ਵੀ ਹਾਜ਼ਰ ਸੀ ਲਾਲਾ ਲਾਜਪਤ ਰਾਏ ਦੇ ਟਾਈਮ ਤੇ ਵੀ, ਉਹ ਮੋਟਰਸਾਈਕਲ ਤੇ ਆਇਆ। ਜਦੋਂ ਦਰਵਾਜ਼ੇ ਕੋਲ ਪਹੁੰਚਿਆ, ਮੋਟਰਸਾਈਕਲ ਖੜਾ ਕੀਤਾ ਤਾਂ ਚੰਦਰ ਸ਼ੇਖਰ ਨੇ ਤਾੜ ਕਰਦੀ ਗੋਲੀ ਉਹਦੇ ਮਾਰੀ ਤੇ ਉਹ ਡਿੱਗ ਪਿਆ। ਚੀਤੇ ਦੀ ਫੁਰਤੀ ਦੇ ਨਾਲ ਭਗਤ ਸਿੰਘ ਅਤੇ ਰਾਜਗੁਰੂ
ਉੱਥੇ ਪਹੁੰਚ ਕੇ ਉਹਨਾਂ ਨੇ ਉਸ ਅਫਸਰ ਦੇ ਸਿਰ ਦੇ ਵਿੱਚ ਭਗਤ ਸਿੰਘ ਨੇ 3 ਗੋਲੀਆਂ ਮਾਰੀਆਂ ਤੇ ਉਹਦਾ ਖੋਪੜਾ ਪਾੜ ਦਿੱਤਾ। ਇਹ ਤਿੰਨੇ ਜਿਹੜੇ ਸਾਈਕਲਾਂ ਤੇ ਆਏ ਸਨ। ਉਸ ਮੌਕੇ ਸਾਈਕਲ ਆਪਣੇ ਸਿੰਘਾਂ ਦਾ ਸੰਘਰਸ਼ ਸ਼ੁਰੂ ਜਦੋਂ ਹੋਇਆ ਸੀ ਤਾਂ ਮੋਟਰਸਾਈਕਲ ਸੀ। ਉਸ ਮੌਕੇ ਸਾਈਕਲ ਵੀ ਕਿਸੇ ਕਿਸੇ ਕੋਲ ਹੀ ਸੀ। ਇਹਨਾਂ ਨੇ ਦੇਖ ਲਿਆ ਵੀ ਹੁਣ ਗੱਡੀ ਚਾੜਤਾ ਹੈ ਤੇ ਫਿਰ ਉੱਥੋਂ ਸਾਈਕਲਾਂ ਤੇ ਭੱਜ ਪਏ। 5-7 ਮਿੰਟ ਬਾਅਦ ਉਹੋ ਹੀ ਅਫਸਰ ਜਿਹਨੇ ਹੁਕਮ ਦਿੱਤਾ ਸੀ ਲਾਲਾ ਲਾਜਪਤ ਰਾਏ ਨੂੰ ਮਾਰਨ ਦਾ, ਉਹ ਅੰਦਰ ਸੀ। ਉਹ ਬਾਹਰ ਆਇਆ, ਉਹਨੇ ਦੇਖਿਆ ਕਿ ਮੇਰਾ ਸਾਥੀ DSP ਮਾਰਿਆ ਗਿਆ ਹੈ। ਇੱਧਰ ਉੱਧਰ ਨਜ਼ਰ ਮਾਰੀ, ਬਾਕੀ ਉਹਨੇ ਦੇਖ ਤਾਂ ਲਿਆ ਸਾਈਕਲ ਤੇ ਜਾਂਦੇ, ਬਾਕੀ ਡਰ ਦੇ ਮਾਰੇ ਨੇ ਪਿੱਛਾ ਨਾ ਕੀਤਾ। ਭਗਤ ਸਿੰਘ ਹੁਣੀ ਕੁਝ ਦਿਨ ਲਾਹੌਰ ਦੇ ਵਿੱਚ ਛੁਪੇ ਰਹੇ। ਬਾਹਰ ਬਹੁਤ ਜ਼ਿਆਦਾ ਪੜਤਾਲ ਹੋ ਰਹੀ ਸੀ। ਐਡਾ ਵੱਡਾ ਅਫਸਰ ਮਾਰਨਾ ਕੋਈ ਸੌਖੀ ਗੱਲ ਨਹੀਂ ਸੀ। ਫਿਰ ਉਹਨਾਂ ਨੇ ਸਲਾਹ ਕੀਤੀ ਕਿ ਇੱਥੋਂ ਅਸੀਂ ਕਿਸੇ ਤਰੀਕੇ ਦੇ ਨਾਲ ਮਤਾ ਪਾਸ ਹੋਇਆ ਕਿ ਪੰਜਾਬ ਤੋਂ ਨਿਕਲ ਜਾਈਏ। ਤੇ ਉਹ ਪੰਜਾਬ ਤੋਂ ਨਿਕਲਣ ਦੇ ਵਾਸਤੇ ਇਹ ਸਾਰੇ ਯੋਧੇ ਜੋ ਸਨ, ਇੱਕ ਇਨਕਲਾਬੀ ਯੋਧੇ ਦੀ ਪਤਨੀ ਉਸ ਨੇ ਨਾਲ ਤੋਰੀ। ਸ਼ਕਲਾਂ ਬਦਲ ਲਈਆਂ। ਭਗਤ ਸਿੰਘ ਨੇ ਉਸ ਮੌਕੇ ਸ਼ੇਪ ਕੀਤੀ, ਦਾੜੀ, ਸਿਰ ਤੇ ਹੈਟ ਲੈ ਲਿਆ। ਚੰਦਰ ਸ਼ੇਖਰ ਉਹਦਾ ਨੌਕਰ ਬਣ ਗਿਆ, ਨੌਕਰਾਂ ਵਾਂਗੂ ਕੱਪੜੇ ਪਾ ਲਏ। ਤੇ ਰਾਜਗੁਰੂ ਰਸੋਈਆ ਬਣ ਗਿਆ। ਉਹ ਜਿਹੜੀ ਬੀਬੀ ਨਾਲ ਸੀ ਉਹਨੂੰ ਭਾਬੀ ਕਹਿੰਦੇ ਸਨ। ਭਾਬੀ ਨੇ ਗੋਰਿਆਂ ਵਰਗਾ ਜਿਹੜੀ ਬਣਾ ਲਿਆ ਵੀ ਇਹ ਗੋਰਿਆਂ ਦਾ ਕੋਈ ਬਹੁਤ ਵੱਡੇ ਬੰਦੇ ਹਨ। ਇੱਦਾਂ ਦਾ ਰੂਪ ਉਹਨਾਂ ਨੇ ਧਾਰਨ ਕਰ ਲਿਆ। ਲਾਹੌਰ ਤੋਂ ਟ੍ਰੇਨ ਦੇ ਵਿੱਚ ਬਹਿ ਗਏ। ਉਧਰੋਂ ਉਹੀ DSP ਜੋ ਮਰਿਆ ਸੀ, ਉਹਦਾ ਜੋ ਸਾਥੀ ਵੱਡਾ ਅਫਸਰ ਸੀ, ਉਹ ਸਟੇਸ਼ਨ ਤੇ ਪਹੁੰਚਦਾ ਹੈ ਕਿ ਟ੍ਰੇਨ ਚੈੱਕ ਕੀਤੀ ਜਾਵੇ, ਪਰ 2 ਮਿੰਟ ਪਹਿਲਾਂ ਟ੍ਰੇਨ ਤੁਰ ਪਈ। ਇਹ ਜਵਾਨ ਜੋ ਸਨ ਕਰਦੇ ਕਰਾਉਂਦੇ ਝਾਂਸੀ ਪਹੁੰਚ ਗਏ। ਝਾਂਸੀ ਵਿੱਚ ਜਾ ਕੇ ਇਹਨਾਂ ਨੇ ਕੁਝ ਦਿਨ ਮੀਟਿੰਗਾਂ ਕੀਤੀਆਂ। ਫਿਰ ਇਹਨਾਂ ਨੇ ਉੱਥੇ ਬੰਬ ਬਣਾਇਆ। ਬੰਬ ਬਣਾ ਕੇ ਤਾਂ ਫਿਰ ਇਹਨਾਂ ਨੇ ਉਹ ਚੈੱਕ ਕੀਤਾ ਬੰਬ। ਉੱਥੇ ਸਲਾਹਾਂ ਕੀਤੀਆਂ ਅੱਗੇ ਕੀ ਕੀਤਾ ਜਾਵੇ। ਭਗਤ ਸਿੰਘ ਤਕਰੀਬਨ ਉੱਪਰਲੇ ਲੀਡਰਾਂ ਦੇ ਵਿੱਚ ਗਿਣਿਆ ਜਾਂਦਾ ਸੀ। ਭਗਤ ਸਿੰਘ ਨੇ ਮਤਾ ਪਾਸ ਕੀਤਾ ਕਿ ਮੈਂ ਅਸੈਂਬਲੀ ਦੇ ਵਿੱਚ, ਕਿਉਂਕਿ ਮਤਾ ਪਾਸ ਹੋਣ ਵਾਲਾ ਸੀ ਉੱਥੇ, ਜੋ ਕਿ ਦੇਸ਼ ਦੇ ਲੋਕਾਂ ਵਾਸਤੇ ਹੋਰ ਖਤਰਨਾਕ ਸੀ। ਉਹਨਾਂ ਦੇ ਹੱਕ ਖਤਮ ਕੀਤੇ ਜਾ ਰਹੇ ਸਨ। ਤਾਂ ਭਗਤ ਸਿੰਘ ਨੇ ਉੱਥੇ ਕਿਹਾ ਕਿ ਇਹਨਾਂ ਨੂੰ ਹੁਣ ਇਹਨਾਂ ਦੇ ਕੰਨ ਖੋਲ੍ਹਣੇ ਪੈਣਗੇ। ਮੈਂ ਕੁਰਬਾਨੀ ਦੇਣ ਲਈ ਤਿਆਰ ਹਾਂ। ਚਾਹੇ ਉਹ ਨਹੀਂ ਮੰਨਦੇ ਸਨ, ਭਗਤ ਸਿੰਘ ਇਸ ਜਿੱਦ ਤੇ ਅੜਿਆ ਰਿਹਾ ਕਿ ਮੈਨੂੰ ਕੁਰਬਾਨੀ ਦੇਣੀ ਪੈ ਸਕਦੀ ਹੈ। ਆਪਣੇ ਇੱਕ ਸਾਥੀ ਦੇ ਨਾਲ ਇਹਨਾਂ ਨੇ ਉੱਥੇ ਜਾ ਕੇ ਮਤਾ ਪਾਸ ਕਰਕੇ ਚਲੇ ਗਏ ਕਿ ਅਸੀਂ ਅਸੈਂਬਲੀ 'ਚ ਬੰਬ ਸਿੱਟਾਂਗੇ, ਪਰ ਉਹ ਬੰਬ ਨਾਲ ਬੰਦੇ ਨਹੀਂ ਮਾਰਨੇ ਹੈ। ਬੰਬ ਇੱਕ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਹੈ ਕਿ ਅਸੀਂ ਬੈਠੇ ਹਾਂ। ਅਸੈਂਬਲੀ ਦੇ ਵਿੱਚ ਜਾ ਕੇ ਇਹਨਾਂ ਨੇ, ਜਦੋਂ ਉਹ ਮੰਤਰੀ ਜਿਹਨੇ ਬਿੱਲ ਪਾਸ ਕਰਨਾ ਸੀ ਉਹ ਆਇਆ, ਲੈਕਚਰ ਸ਼ੁਰੂ ਕੀਤਾ, ਭਗਤ ਸਿੰਘ ਨੇ ਬੰਬ ਸਿੱਟ ਦਿੱਤਾ। ਚਾਰੇ ਪਾਸੇ ਹਫੜਾ ਦਫੜੀ ਮੱਚ ਗਈ ਤੇ ਕੋਈ ਇੱਧਰ ਨੂੰ ਭੱਜਾ, ਕੋਈ ਇੱਧਰ ਨੂੰ ਭੱਜਾ। ਇਹਨਾਂ ਨੇ ਇਨਕਲਾਬ ਜਿੰਦਾਬਾਦ, ਇਨਕਲਾਬ ਜਿੰਦਾਬਾਦ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਤੇ ਕੁਝ ਟਾਈਮ ਬਾਅਦ ਪੁਲਿਸ ਵਾਲੇ ਇਹਨਾਂ ਨੂੰ ਆਏ ਤਾਂ ਇਹਨਾਂ ਨੇ ਕਿਹਾ ਵੀ ਫੜ ਲਓ, ਅਸੀਂ ਤਾਂ ਤੁਹਾਨੂੰ ਇੱਕ ਇਸ਼ਾਰਾ ਦੇਣਾ ਸੀ ਕਿ ਹਿੰਦੁਸਤਾਨ ਛੱਡ ਜਾਓ। ਇਹ ਬੰਬ ਤੁਹਾਨੂੰ ਮਾਰਨ ਵਾਸਤੇ ਵੀ ਸਿੱਟਿਆ ਜਾ ਸਕਦਾ ਸੀ, ਪਰ ਅਸੀਂ ਤੁਹਾਨੂੰ ਇਹ ਅਲਰਟ ਕੀਤਾ ਹੈ। ਤਾਂ ਭਗਤ ਸਿੰਘ ਅਤੇ ਉਸਦੇ ਸਾਥੀ ਨੂੰ ਕੜੀਆਂ ਲਾ ਲਈਆਂ,
ਜੇਲ੍ਹ ਵਿੱਚ ਲੈ ਗਏ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਨੂੰ ਲਾਹੌਰ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਲਾਹੌਰ ਚਲੇ ਜਾਂਦੇ ਹਨ। ਇਹਨਾਂ ਦਾ ਉਸ ਮੌਕੇ ਇੱਕ ਲੋਹਾਰ ਦੋਸਤ ਸੀ ਜੋ ਬੰਬ ਬਣਾਉਣ ਦੇ ਵਿੱਚ ਮਦਦ ਕਰਦਾ ਸੀ। ਕਿਸੇ ਤਰੀਕੇ ਨਾਲ CID ਵਿੱਚ ਉਹਦਾ ਨਾਮ ਆ ਗਿਆ ਕਿ ਇਹ ਬੰਦਾ ਬੰਬ ਬਣਾਉਂਦਾ ਹੈ। CID ਪਿੱਛੇ ਲੱਗੀ ਸੀ। ਇੱਕ ਦਿਨ ਇਹਨਾਂ ਦਾ ਇਨਕਲਾਬੀ ਸਾਥੀ ਬਣਾਏ ਹੋਏ ਬੰਬਾਂ ਦਾ ਝੋਲਾ ਭਰ ਕੇ ਜਾ ਰਿਹਾ ਸੀ। CID ਨੇ ਉਹਨੂੰ ਵੀ ਫੜ ਲਿਆ ਤੇ ਲੋਹਾਰ ਨੂੰ ਵੀ ਫੜ ਲਿਆ। ਉੱਥੋਂ ਅੱਗੇ ਫਿਰ ਜਿਹੜੇ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ, ਹੋਰ ਵੀ ਬਹੁਤ ਇਨਕਲਾਬੀ ਫੜੇ ਗਏ। ਇਹ ਆਮ ਕਰਕੇ ਸਾਰੇ ਲਾਹੌਰ ਦੀ ਜੇਲ੍ਹ ਦੇ ਵਿੱਚ, ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਬੰਦ ਸਨ। ਭਗਤ ਸਿੰਘ ਹੁਣਾਂ ਤੇ ਖਾਸ ਨਜ਼ਰ ਰੱਖੀ ਜਾਂਦੀ ਸੀ। ਉੱਥੇ ਉਹਨਾਂ ਨੂੰ ਦੁਰਵਿਹਾਰ ਕੀਤਾ ਜਾਂਦਾ ਸੀ ਤੇ ਭਗਤ ਸਿੰਘ ਹੁਣਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਭੁੱਖ ਹੜਤਾਲ ਦੇ ਵਿੱਚ 116 ਦਿਨ ਭੁੱਖ ਹੜਤਾਲ ਰੱਖੀ ਤੇ ਜੇਲ੍ਹ ਵਾਲੇ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਦੁਰਵਿਹਾਰ ਨਹੀਂ ਕਰਾਂਗੇ। ਪਰ ਉਹਨਾਂ ਨੂੰ ਪਤਾ ਸੀ ਕਿ ਭਗਤ ਸਿੰਘ ਬਹੁਤ ਹੀ ਖਤਰਨਾਕ ਬੰਦਾ ਹੈ। ਉਹ ਜੇ ਉਹਨਾਂ ਨੂੰ ਸਿੱਧੀ ਫਾਂਸੀ ਦਿੰਦੇ ਸੀ ਤਾਂ ਬਾਹਰ ਜੋ ਬਹੁਤ ਵੱਡੇ ਤੂਫਾਨ ਉੱਠ ਸਕਦੇ ਸਨ। ਜੇ ਛੱਡਦੇ ਸਨ ਤਾਂ ਵੀ ਮਰਦੇ ਸਨ, ਮਾਰਦੇ ਸਨ ਤਾਂ ਵੀ ਮਾਰਦੇ ਸਨ। ਅਖੀਰ ਉਹਨਾਂ ਨੇ ਇੱਕ ਦਿਨ ਫੈਸਲਾ ਕਰ ਲਿਆ। ਕੋਰਟ ਵਿੱਚ ਫੈਸਲਾ ਹੋਇਆ ਕਿ ਤੁਹਾਨੂੰ ਫਾਂਸੀ ਦਿੱਤੀ ਜਾਏਗੀ। ਬਾਹਰ ਬਹੁਤ ਹੀ ਤੂਫਾਨ ਉੱਠੇ। ਭਗਤ ਸਿੰਘ ਦੇ ਨਾਲ ਰਾਜਗੁਰੂ ਤੇ ਸੁਖਦੇਵ, ਇਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋ ਗਈ। ਕਾਲ ਕੋਠੜੀ ਦੇ ਵਿੱਚ ਭਗਤ ਸਿੰਘ ਦਾ ਕੱਦ 5 ਫੁੱਟ 10 ਇੰਚ ਦੱਸਿਆ ਜਾਂਦਾ ਹੈ ਤੇ ਉਹਦੀ ਜਿਹੜੀ ਕੋਠੜੀ ਸੀ ਉਹ 5 ਫੁੱਟ 7 ਇੰਚ ਸੀ। ਕਿਸ ਤਰੀਕੇ ਦੇ ਨਾਲ ਉੱਥੇ ਉਹ ਆਪਣਾ ਟਾਈਮ ਪਾਸ ਕਰਦਾ ਹੋਏਗਾ ਤੇ ਤੁਸੀਂ ਆਪ ਸੋਚ ਲਓ। ਉਹਦੇ ਕਮਰੇ ਦੇ ਵਿੱਚ ਕੋਈ ਲਾਈਟ ਨਹੀਂ ਸੀ। ਦਿਨ ਦੀ ਥੋੜੀ ਵਾਲੀ ਰੋਸ਼ਨੀ ਦੇ ਨਾਲ ਉਹ ਕਿਤਾਬਾਂ ਪੜ੍ਹਦਾ ਸੀ ਅਤੇ ਆਪਣੀਆਂ ਲੱਤਾਂ ਸਿੱਧੀਆਂ ਕਰਕੇ ਸੌਂ ਨਹੀਂ ਸੀ ਸਕਦਾ। ਬੇੜੀਆਂ ਤੇ ਕੜੀਆਂ ਲਾਈਆਂ ਹੁੰਦੀਆਂ ਸਨ। ਰਾਜਗੁਰੂ ਤੇ ਸੁਖਦੇਵ ਦੀ ਕੋਠੜੀ ਜੋ ਸੀ ਉਹਦੇ ਵਿੱਚ ਫਰਸ਼ ਨਹੀਂ ਸੀ, ਉਹਦੇ ਵਿੱਚ ਘਾਹ ਬੜਾ ਉੱਗਿਆ ਸੀ। ਖੂੰਜੇ ਦੇ ਇੱਕ ਪਾਸੇ ਥੋੜਾ ਜਿਹਾ ਤੋੜ ਕੇ ਮਘੋਰਾ ਕੀਤਾ ਹੋਇਆ ਸੀ, ਸੁਰਾਖ ਸੀ, ਜਿੱਥੇ ਕਿ ਉਹ ਦਿਨ ਨੂੰ ਜ਼ਰੂਰਤ ਮੁਤਾਬਕ ਸ਼ਾਇਦ ਪਿਸ਼ਾਬ ਕਰਦੇ ਸੀ। ਉੱਥੇ ਬਹੁਤ ਸੜਿਆਂਦ ਆਉਂਦੀ ਸੀ। ਕੜੀਆਂ ਤੇ ਬੇੜੀਆਂ ਦੇ ਵਿੱਚ ਉਹ ਵੀ ਜਕੜੇ ਹੋਏ ਰਹਿੰਦੇ ਸਨ। ਇਦਾਂ ਦੇ ਕਮਰਿਆਂ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਸੀ। ਭਗਤ ਸਿੰਘ ਨੇ ਇਸ ਸਮੇਂ ਦੇ ਵਿੱਚ 300 ਕਿਤਾਬ ਪੜ੍ਹੀ। ਉਹ ਹਰ ਰੋਜ਼ ਪੜ੍ਹਦਾ ਸੀ, ਲਿਖਦਾ ਵੀ ਸੀ। ਉਸਨੇ 3 ਕਿਤਾਬਾਂ ਵੀ ਲਿਖੀਆਂ ਤੇ ਉਹ ਕਿਤਾਬਾਂ ਜੋ ਸਨ ਜੇਲ੍ਹ ਦੇ ਵਿੱਚ, ਉਹਨਾਂ ਦੇ ਜੋ ਜੇਲ੍ਹ ਦੇ ਕਰਮਚਾਰੀ ਸਨ, ਜੋ ਭਗਤ ਸਿੰਘ ਦੇ ਮਿੱਤਰ ਬਣ ਗਏ ਸਨ, ਉਹਨਾਂ ਦੁਆਰਾ ਬਾਹਰ ਚਲੇ ਗਈਆਂ। ਤੇ ਇੱਕ ਬੀਬੀ ਬਹੁਤ ਪੜ੍ਹੀ ਲਿਖੀ ਪ੍ਰੋਫੈਸਰ ਸੀ ਜੋ ਬਾਅਦ ਦੇ ਵਿੱਚ ਜਲੰਧਰ ਕਿਸੇ ਕਾਲਜ ਦੇ ਵਿੱਚ ਪ੍ਰੋਫੈਸਰ ਬਣੀ ਹੈ, ਪ੍ਰਿੰਸੀਪਲ ਬਣੀ ਸੀ। ਉਹਦੇ ਕੋਲ ਪਹੁੰਚ ਗਈਆਂ। ਉਹਨੇ ਕਿਸੇ ਇਨਕਲਾਬੀ ਨੂੰ ਦੇ ਦਿੱਤੀਆਂ। ਖਰੜੇ ਸਨ। ਉਹ ਇਨਕਲਾਬੀ ਨੇ ਗਾਂ ਕਿਸੇ ਨੂੰ ਹੋਰ ਨੂੰ ਦੇ ਦਿੱਤੀਆਂ। ਉਧਰੋਂ 1947 ਦਾ ਜਦੋਂ ਟਾਈਮ ਆਇਆ ਤਾਂ ਉਹਦਾ ਫਿਰ ਬੀਬੀ ਨੇ ਉਸ ਬੰਦੇ ਨੂੰ ਹਿੰਦੁਸਤਾਨ ਦੇ ਵਿੱਚ ਪੁੱਛਿਆ। ਉਹ ਕਹਿੰਦਾ ਮੈਂ ਆਉਣ ਲੱਗਾ ਕਿਤਾਬਾਂ ਖਰੜੇ ਸਾੜ ਦਿੱਤੇ ਸਨ। ਸੋ ਭਗਤ ਸਿੰਘ ਦੀਆਂ 3 ਕਿਤਾਬਾਂ ਜੋ ਸਨ, ਕਈ ਲੋਕ ਹਾਲੇ ਵੀ ਆਸ ਕਰਦੇ ਹਨ ਕਿ ਕਿਤਾਬਾਂ ਕਿਤੇ ਮਿਲ ਜਾਣਗੀਆਂ ਖਰੜੇ। ਇਹ ਤਾਂ ਹੁਣ ਰੱਬ ਜਾਣੇ
ਜਾਂ ਉਹ ਲੋਕ ਜਾਣਨ, ਉਹਨਾਂ ਨੂੰ ਫਾਂਸੀ ਦੀ ਜੋ ਤਰੀਕ ਹੈ ਤੈਅ ਹੋ ਗਈ ਹੈ। 24 ਮਾਰਚ 1931 ਇਹ ਤੈਅ ਹੋ ਗਈ ਹੈ। ਵਿੱਚ ਕੁਝ ਅਜੇ ਟਾਈਮ ਹੈ। ਮੁਲਾਕਾਤਾਂ ਹੁੰਦੀਆਂ ਹਨ। ਮਾਤਾ ਪਿਤਾ, ਜਿਸ ਦਾ ਜਵਾਨ 23 ਸਾਲਾਂ ਦਾ ਬੱਚਾ, ਨੌਜਵਾਨ ਜਿਸ ਦਾ ਦੁਨੀਆ 'ਚ ਨਾਮ ਹੈ, ਉਹਨੂੰ ਫਾਂਸੀ ਲੱਗਣੀ ਹੈ। ਮਾਤਾ ਪਿਤਾ ਦਾ ਹਾਲ ਕੀ ਹੋਏਗਾ। ਦਿਲ ਤਾਂ ਕਰਦਾ ਹੈ ਕਿ ਇੱਕ ਇੱਕ ਡਾਇਲੋਗ ਜੋ ਜੋਸ਼ ਭਰ ਦੇਵੇ ਮੈਂ ਬੋਲਾਂ, ਬਾਕੀ ਮੈਂ ਸੋਚਦਾ ਹਾਂ ਕਿ ਸੰਖੇਪ ਹੀ ਰੱਖਾਂ। ਬਹੁਤ ਹੀ ਹੌਸਲੇ ਮਿਲਦੇ ਹਨ ਭਗਤ ਸਿੰਘ ਨੂੰ, ਪਰ ਆਪਣੇ ਹੌਸਲੇ ਮਾਂ-ਬਾਪ ਦੇ ਢਹਿ ਜਾਂਦੇ ਹਨ। ਭਗਤ ਸਿੰਘ ਹੱਸ-ਹੱਸ ਕੇ ਉਹਨਾਂ ਨੂੰ ਮਿਲਦਾ ਹੈ, ਤੋਰਦਾ ਹੈ, ਆਖਦਾ ਹੈ ਮੈਂ ਅਜਿਹਾ ਬੂਟਾ ਲਾ ਦੇਣਾ ਹੈ ਜਿਹਦਾ ਫਲ ਜੋ ਹੈ ਸਾਰਾ ਹਿੰਦੁਸਤਾਨ ਖਾਏਗਾ। ਆਖਰ 2 ਹਫ਼ਤੇ ਪਹਿਲਾਂ ਫਾਂਸੀ ਤੋਂ ਭਗਤ ਸਿੰਘ ਦਾ ਇੱਕ ਦੋਸਤ ਵਿਜੇ ਕੁਮਾਰ ਉਹਨੂੰ ਮੁਲਾਕਾਤ ਤੇ ਆਉਂਦਾ ਹੈ ਤੇ ਉਹ ਭਗਤ ਸਿੰਘ ਨੂੰ ਪੁੱਛਦਾ ਹੈ, ਮੌਤ ਤੋਂ ਡਰ ਲੱਗਦਾ ਹੈ? ਤਾਂ ਭਗਤ ਸਿੰਘ ਆਖਦਾ ਹੈ, ਮੈਨੂੰ ਡਰ ਨਹੀਂ ਲੱਗਦਾ, ਮੈਂ ਬਚਣਾ ਵੀ ਨਹੀਂ ਚਾਹੁੰਦਾ ਹਾਂ, ਕਿਉਂਕਿ ਜੇ ਮੈਂ ਬਚਦਾ ਹਾਂ ਇਤਿਹਾਸ ਵਿੱਚ ਮੇਰਾ ਨਾਮ ਜੋ ਹੈ ਉਹਦੀ ਕੋਈ ਕੀਮਤ ਨਹੀਂ ਰਹਿਣੀ। ਜੇ ਮੈਂ ਸ਼ਹੀਦ ਹੋ ਜਾਂਦਾ ਹਾਂ, ਫਾਂਸੀ ਲੱਗਦਾ ਹਾਂ, ਤਾਂ ਮਾਵਾਂ ਆਪਣੇ ਬੱਚਿਆਂ ਨੂੰ ਭਗਤ ਸਿੰਘ ਦੀ ਕਹਾਣੀ ਬਣਾ ਕੇ ਭਗਤ ਸਿੰਘ ਬਣਾਉਣਗੀਆਂ। ਮੇਰੇ ਛੋਟੇ ਵੀਰ, ਛੋਟੇ ਬੱਚੇ ਭਗਤ ਸਿੰਘ ਬਣਨ, ਮੇਰੀ ਸ਼ਹੀਦੀ ਤੋਂ ਖੁਸ਼ਬੂ ਲੈ ਕੇ ਉਹ ਇਨਕਲਾਬ ਦੇ ਜੋ ਰਸਤੇ ਹਨ ਉਹਨਾਂ ਤੇ ਮਹਿਕਾਂ ਖਿਲਾਰਨ। ਭਗਤ ਸਿੰਘ ਸ਼ਹੀਦੀ ਲਈ ਤਿਆਰ ਹੈ। ਮੁਲਾਕਾਤਾਂ ਹੁੰਦੀਆਂ। ਆਖਰ 24 ਤਰੀਕ ਨੇੜੇ ਆ ਗਈ ਹੈ ਤੇ ਜੇਲ੍ਹ ਦੇ ਬਾਹਰ ਬਹੁਤ ਹੀ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ ਹਨ। ਆਮ ਕਰਕੇ 6 ਵਜੇ ਫਾਂਸੀ ਦਿੱਤੀ ਜਾਂਦੀ ਸੀ ਉਸ ਟਾਈਮ ਤੇ ਸਵੇਰੇ। ਅੰਦਰਲੀ ਪ੍ਰਬੰਧਕ ਕਮੇਟੀ ਜੋ ਸੀ ਉਹਨੇ ਦੇਖਿਆ ਕਿ ਇਹ ਗੱਲਬਾਤ ਗੜਬੜ ਹੈ